ਦੋਸਤੋ ਅਮਰੀਕਾ ਦੇ ਇਮੀਗ੍ਰੇਸ਼ਨ ਵੀਜ਼ੇ ਦੇ ਉੱਤੇ ਜਿਹੜਾ ਪੌਜ਼ ਲੱਗਿਆ ਹੈ ਉਹਦੇ ਮੁਤਲਕ ਅੱਜ ਮੇਰੇ ਕੋਲ ਦੋ ਲੇਟੈਸਟ ਅਪਡੇਟ ਨੇ। ਅੱਜ 27 ਅਪ੍ਰੈਲ 2026 ਹੈ ਔਰ ਮੰਡੇ ਦਾ ਦਿਨ ਹੈ। ਉਹ ਦੋ ਲੇਟੈਸਟ ਅਪਡੇਟ ਕੀ ਨੇ ਪੂਰੀ ਡਿਟੇਲ ਦੇ ਨਾਲ ਇਸ ਵੀਡੀਓ 'ਚ ਦੱਸਾਂਗਾ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ, ਵੀਡੀਓ ਨੂੰ ਆਖਰ ਤੱਕ ਦੇਖਣਾ। ਆਪਣੇ ਮੌਜੂਆ ਲਾਣੇ। ਪਿਛਲੇ ਹਫਤੇ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀ ਕਿ ਅਦਾਲਤ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ, ਜਿਹੜਾ ਸੂ ਹੋਇਆ ਹੈ ਹਕੂਮਤ ਦੇ ਖਿਲਾਫ, ਉਹਦੇ ਵਿੱਚ ਪਿਛਲੇ ਹਫਤੇ ਤੱਕ ਕੀ ਹੋਇਆ ਸੀ ਕਿ ਗੌਰਮੈਂਟ ਨੂੰ ਨੇ ਇਜਾਜ਼ਤ ਮੰਗੀ ਸੀ ਕਿ ਸਾਨੂੰ ਡਿਟੇਲ ਆਨਸਰ ਦੀ ਇਜਾਜ਼ਤ ਦਿੱਤੀ ਜਾਏ। ਉਹ ਮਿਲ ਗਈ ਸੀ। ਹੁਣ ਅਸੀਂ ਵੇਟ ਕਰ ਰਹੇ ਸਾਂ ਗੌਰਮੈਂਟ ਦੇ ਡਿਟੇਲ ਆਨਸਰ ਦਾ। ਉਹ ਆ ਗਿਆ। ਉਹ 24 ਤਾਰੀਖ ਨੂੰ ਫਰਾਈਡੇ ਵਾਲੇ ਦਿਨ ਉਹਨਾਂ ਨੇ ਗੌਰਮੈਂਟ ਨੂੰ ਜਮ੍ਹਾਂ ਕਰਵਾਤਾ, ਆਪਣਾ ਅਦਾਲਤ 'ਚ ਜਮ੍ਹਾਂ ਕਰਵਾਤਾ ਗੌਰਮੈਂਟ ਨੇ। ਹੁਣ ਉਹ ਕੀ ਹੈ ਉਹ ਮੈਂ ਸਾਰਾ ਪੜ੍ਹ ਲਿਆ। ਮੈਂ ਇੱਥੇ ਆਪਣੇ ਉਹਦੇ 'ਤੇ ਲਾਉਣ ਦੀ ਵੀ ਕੋਸ਼ਿਸ਼ ਕਰਾਂਗਾ ਕਿ ਤੁਸੀਂ ਵੀ ਸਾਰੇ ਪੜ੍ਹ ਲਓ। ਬਹੁਤ ਜ਼ਿਆਦਾ ਲੰਬੇ ਸਫੇ ਨੇ ਉਹਦੇ 'ਚ। ਜੋ ਉਹਨਾਂ ਨੇ ਕਿਹਾ ਉਹਦਾ ਮੈਂ ਸਿਰਫ ਤੁਹਾਨੂੰ ਖੁਲਾਸਾ ਪੇਸ਼ ਕਰਾਂਗਾ। ਪਹਿਲਾ ਜਿਹੜੀ ਅਪਡੇਟ ਉਹ ਦੱਸ ਰਿਹਾ ਵਾ, ਇਹ ਦੂਜੀ ਅਪਡੇਟ ਇਸ ਤੋਂ ਬਾਅਦ ਦੱਸਾਂਗਾ। ਪਹਿਲੇ ਉਹਨਾਂ ਨੇ ਜਨਾਬ ਇਹ ਕਿਹਾ ਕਿ ਜਿਹੜਾ ਤੁਸੀਂ ਸਾਡੇ ਤੇ ਇਲਜ਼ਾਮ ਲਾਇਆ, ਜਿਹੜਾ ਸਾਡੇ ਤੇ ਸੂ ਹੋਇਆ ਕਿ ਬਈ ਗੌਰਮੈਂਟ ਨੇ ਇਹ ਬੈਨ ਲਾਇਆ, ਅਸੀਂ ਬੈਨ ਨਹੀਂ ਲਾਇਆ, ਅਸੀਂ ਪੌਜ਼ ਨਹੀਂ ਲਾਇਆ, ਅਸੀਂ ਕਿਸੇ ਨੂੰ ਰੋਕਿਆ ਨਹੀਂ। ਅਸੀਂ ਸਿਰਫ ਇੱਕ ਪਾਲਿਸੀ ਦਿੱਤੀ ਹੈ ਕਿ ਡਾਕੂਮੈਂਟਸ ਚੈੱਕ ਕਰਕੇ 1 ਬਾਏ 1 ਕੇਸ ਦੇਖ ਕੇ ਤੇ ਫਿਰ ਵੀਜ਼ੇ ਇਸ਼ੂ ਕੀਤੇ ਜਾਣ। ਜਿਹੜਾ ਕਾਨੂੰਨ ਹੈਗਾ ਡਾਕੂਮੈਂਟਸ ਚੈੱਕ ਕਰਨ ਦਾ, ਉਸੇ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਆਪਣੀ ਇੱਕ ਪਾਲਿਸੀ ਦਿੱਤੀ ਹੈ। ਇਸ ਵਾਸਤੇ ਇਹ ਕੋਈ ਨਵਾਂ ਕਾਨੂੰਨ ਨਹੀਂ ਹੈਗਾ। ਇਹ 1 ਬਾਏ 1 ਕੇਸ ਨੂੰ ਦੇਖਿਆ ਜਾਏਗਾ, ਉਹਦੇ ਮੁਤਾਬਕ ਕੇਸ ਦੇ ਹਿਸਾਬ ਨਾਲ ਫੈਸਲਾ ਕੀਤਾ ਜਾਏਗਾ। ਇੱਕ ਤਾਂ ਉਹਨਾਂ ਨੇ ਇਹ ਕਿਹਾ। ਦੂਸਰੀ ਗੱਲ ਉਹਨਾਂ ਨੇ ਅਦਾਲਤ ਨੂੰ ਕਹੀ ਹੈ ਕਿ ਬਈ ਤੁਹਾਡਾ ਇਹ ਹੱਕ ਹੀ ਨਹੀਂ ਹੈਗਾ, ਤੁਹਾਡੀ ਇਹ ਉਹ ਲਿਮਿਟ ਹੀ ਨਹੀਂ ਗਈ ਕਿ ਤੁਸੀਂ ਵੀਜ਼ਾ ਤੇ ਮੁਤਲਕ ਕੇਸ ਸੁਣੋ। ਫੈਡਰਲ ਕੋਰਟ ਜਿਹੜੀ ਹੈ ਉਹ ਵੀਜ਼ਾ ਦੇ ਮੁਤਲਕ ਕੇਸ ਨਹੀਂ ਸੁਣ ਸਕਦੀ, ਜੋ ਵੀਜ਼ੇ ਦੀ ਪਾਲਿਸੀ ਬਣੀ ਹੁੰਦੀ ਹੈ। ਇਹ ਉਹਦਾ ਤਰਜਮਾ ਹੈ। ਤੁਹਾਨੂੰ ਇਹ ਕੇਸ ਸੁਣਨਾ ਹੀ ਨਹੀਂ ਚਾਹੀਦਾ, ਇਹ ਤੁਹਾਡੇ ਕੋਲ ਕੇਸ ਆਉਣਾ ਹੀ ਨਹੀਂ ਚਾਹੀਦਾ। ਇਹ ਦੂਜੀ ਗੱਲ ਉਹਨਾਂ ਕਹੀ। ਤੀਜੀ ਗੱਲ ਉਹਨਾਂ ਕਹੀ ਕਿ ਜਿਹਨਾਂ ਨੇ ਸੂ ਕੀਤਾ ਹੈ, ਉਹਨਾਂ ਨੇ ਇੱਕ ਗੱਲ ਕੀਤੀ ਹੈ ਕਿ ਜਨਾਬ ਇਹਨਾਂ ਨੇ ਜਦੋਂ ਇੱਕ ਪਾਲਿਸੀ ਬਣਾਈ ਹੈ ਤੇ ਜੋ ਅਮਰੀਕਾ ਦਾ ਕਾਨੂੰਨ ਹੈ ਕਿ ਤੁਸੀਂ ਉਹ ਪਾਲਿਸੀ ਨੂੰ ਪਬਲਿਸ਼ ਕਰਨਾ ਹੁੰਦਾ ਹੈ, ਪਬਲਿਕ ਕਮੈਂਟ ਲੈਣੇ ਹੁੰਦੇ ਨੇ, ਫਿਰ ਉਸ ਤੋਂ ਬਾਅਦ ਉਹ ਅਪਰੂਵਲ ਹੁੰਦੀ ਹੈ, ਫਿਰ ਉਹ ਜਿਹੜੀ ਪਬਲਿਸ਼ ਹੋ ਜਾਂਦੀ ਹੈ। ਉਹ ਇਹਨਾਂ ਨੇ ਸਾਰਾ ਪ੍ਰੋਸੀਜਰ ਕੀਤਾ ਹੀ ਨਹੀਂ। ਇਹਨਾਂ ਨੇ ਡਾਇਰੈਕਟ ਹੀ ਉੱਤੇ ਪੌਜ਼ ਲਾਤਾ। ਉਹਨਾਂ ਕਿਹਾ ਜੀ ਅਸੀਂ ਪਾਲਿਸੀ ਬਣਾਈ ਨਹੀਂ। ਗੌਰਮੈਂਟ ਕਹਿ ਰਹੀ ਅਸੀਂ ਤਾਂ ਕੋਈ ਪਾਲਿਸੀ ਬਣਾਈ ਨਹੀਂ, ਅਸੀਂ ਤਾਂ ਇੱਕ ਇਨਸਟਰਕਸ਼ਨਸ ਦਿੱਤੀਆਂ ਨੇ ਆਪਣੇ ਐਮਬੈਸੀਜ਼ ਨੂੰ ਕਿ ਵੀ ਤੁਸੀਂ ਇਸ ਇਨਸਟਰਕਸ਼ਨ ਦੇ ਉੱਤੇ ਅਮਲ ਕਰਨਾ। ਅਸੀਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ, ਅਸੀਂ ਕੁਛ ਨਹੀਂ ਕੀਤਾ, ਕੋਈ ਪੌਜ਼ ਨਹੀਂ ਲਾਇਆ। ਕੇਸ ਬਾਏ ਕੇਸ ਅਸੀਂ ਚੱਲਾਂਗੇ। ਅਸੀਂ ਕੇਸ ਜਿਹਦਾ ਮਤਲਬ ਕਿ ਜੋ ਮੈਨੂੰ ਖੁਲਾਸਾ ਸਮਝ ਆਇਆ ਉਹਨਾਂ ਦੀ ਗੱਲ ਦਾ ਕਿ ਬਈ ਅਸੀਂ ਕੇਸ ਸਾਰੇ ਇੱਕ ਵਾਰੀ ਰੋਕੇ, ਸਾਰੇ ਦੇਖੇ ਔਰ ਆਸਤਾ ਹੁਣ ਅਸੀਂ ਸਾਰੇ ਕੇਸ ਵਾਰੀ ਜਿਹੜੇ ਸਾਨੂੰ ਨਜ਼ਰ ਆਉਣਗੇ ਕਿ ਸਹੀ ਨੇ ਉਹ ਅਸੀਂ ਉਹਨਾਂ ਨੂੰ ਕਲੀਅਰ ਕਰਦੇ ਜਾਵਾਂਗੇ। ਇਹ ਉਹਨਾਂ ਨੇ ਜਵਾਬ ਦਿੱਤਾ। ਇਹ ਜਵਾਬ ਪਬਲਿਕ ਵਾਸਤੇ ਰੱਖਤਾ ਗਿਆ। ਯਾਦ ਰੱਖੋ ਜਿੰਨੇ ਜਵਾਬ ਹੁੰਦੇ ਨੇ ਸਾਡੇ ਵਾਸਤੇ ਹੁੰਦੇ ਨੇ, ਜਿੰਨੇ ਡਾਕੂਮੈਂਟਸ ਹੁੰਦੇ ਨੇ ਉਹ ਇਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਵਕੀਲ ਹੋਵੋ ਕਿ ਯਾਰ ਇਹ ਤਾਂ ਵਕੀਲ ਪੜ੍ਹੇਗਾ। ਨਹੀਂ, ਇਹ ਆਮ ਬੰਦਾ ਵੀ ਪੜ੍ਹ ਸਕਦਾ। ਪਬਲਿਕ ਵਾਸਤੇ ਹੁੰਦੇ ਨੇ। ਅਸੀਂ ਪਬਲਿਕ ਕਮੈਂਟੇਟਰ ਹਾਂ, ਅਸੀਂ ਪਬਲਿਕ ਹਾਂ। ਸਾਡੇ ਵਾਸਤੇ ਅਮਰੀਕਾ ਦੇ ਵਿੱਚ ਸਾਰੀਆਂ ਚੀਜ਼ਾਂ ਆਨਲਾਈਨ ਰੱਖੀਆਂ ਜਾਂਦੀਆਂ ਨੇ। ਤੇ ਇਸ ਵਾਸਤੇ ਕਦੀ ਇਹ ਨਾ ਸੋਚੋ ਕਿ ਬਈ ਇਹ ਤੇ ਵਕੀਲ ਦਾ ਕੰਮ ਹੈ, ਬੋਬੀ ਦਾ ਕੰਮ ਨਹੀਂ ਹੈ, ਮੇਰਾ ਕੰਮ ਨਹੀਂ ਹੈ, ਮੇਰੇ ਦੋਸਤ ਦਾ ਕੰਮ ਨਹੀਂ। ਨਹੀਂ, ਇਹ ਸਾਡਾ ਸਭ ਵਾਸਤੇ ਹੁੰਦਾ। ਹਾਂ, ਵਕੀਲਾਂ ਦੇ ਆਪਣੇ ਕੰਮ ਨੇ, ਵਕੀਲਾਂ ਦੇ ਕੰਮ ਵੱਡੇ ਹੁੰਦੇ ਨੇ, ਉਹ ਕੰਮ ਅਸੀਂ ਨਹੀਂ ਕਰ ਸਕਦੇ। ਅਸੀਂ ਵਕੀਲ ਤੇ ਨਹੀਂ ਨਾ ਗਏ, ਨਾ ਮੈਂ ਵਕੀਲ ਹਾਂ ਨਾ ਮੈਂ ਕੰਸਲਟੈਂਟ ਹਾਂ। ਇਸ ਵਾਸਤੇ ਉਹ ਜਿਹੜਾ ਕੰਮ ਹੈ ਵਕੀਲਾਂ ਦਾ ਉਹ ਅਸੀਂ ਨਹੀਂ ਕਰ ਸਕਦੇ। ਅਸੀਂ ਸਿਰਫ ਉਹ ਡਾਕੂਮੈਂਟ ਜਿੱਥੋਂ ਤੱਕ ਸਾਡੀ ਗਾਈਡਲਾਈਨ ਤੱਕ ਜਾ ਸਕਨੇ ਆ, ਗਾਈਡਲਾਈਨ ਪੜ੍ਹ ਸਕਨੇ ਆ, ਕਾਨੂੰਨ ਪੜ੍ਹ ਸਕਨੇ ਆ, ਕਾਗਜ਼ ਜਿਹੜਾ ਪਬਲਿਕ ਹੋਇਆ ਉਹ ਅਸੀਂ ਪੜ੍ਹ ਸਕਨੇ ਆ, ਉਹਦੇ ਤੇ ਅਸੀਂ ਆਪਣਾ ਤਬਸਰਾ ਕਰ ਸਕਨੇ ਆ ਜਾਂ ਆਪਣੀ ਖਬਰ ਦੇ ਸਕਨੇ ਆ। ਇਸ ਵਾਸਤੇ ਤੁਸੀਂ ਉਹਨੂੰ ਪੜ੍ਹੋ ਜ਼ਰੂਰ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਇਹ ਕੀ ਹੋ ਰਿਹਾ। ਹੁਣ ਇਹਦਾ ਅਗਲਾ ਹਿੱਸਾ ਕੀ ਹੈ? ਅਗਲਾ ਹਿੱਸਾ ਦਾ ਇਹ ਕਹਿ ਰਿਹਾ ਕਿ ਸਾਰਾ ਕੁਝ ਮੁਕੰਮਲ ਹੋ ਗਿਆ ਹੈ, ਹੁਣ ਇਹ ਕੇਸ ਮੁਕੰਮਲ ਹੈ, ਹੁਣ ਇਹ 'ਚ ਕੁਛ ਨਹੀਂ ਗਾ, ਹੁਣ ਸਿਰਫ ਡਿਸੀਜਨ ਆਣਾ ਔਰ ਸਮਰੀ ਜੱਜਮੈਂਟ ਦੇ ਉੱਤੇ ਕੇਸ ਜਾ ਰਿਹਾ। ਸਮਰੀ ਜੱਜਮੈਂਟ ਮੈਂ ਪਹਿਲੇ ਵੀ ਤੁਹਾਨੂੰ ਸਮਝਾਈ ਸੀ ਕਿ ਹੁੰਦੀ ਹੈ ਕਿ ਜਿਹਦੇ 'ਚ ਕੋਈ ਆਰਗੂਮੈਂਟ ਨਹੀਂ ਹੋਣਾ, ਕੋਈ ਪੇਸ਼ੀ ਨਹੀਂ ਪੈਣੀ, ਕੋਈ ਜਿਊਰੀ ਨਹੀਂ ਹੋਣੀ। ਸਿੱਧਾ ਹੁਣ ਜੱਜ ਨੇ ਫੈਸਲਾ ਕਰਨਾ, ਮੁਖਤਸਰ ਫੈਸਲਾ ਆਣਾ ਕਿ ਬਈ ਇਹ ਹੋਇਆ, ਇਹ ਜਿਹੜਾ ਹੋਇਆ ਸਹੀ ਹੋਇਆ ਕਿ ਨਹੀਂ ਸਹੀ ਹੋਇਆ। ਬਸ ਦੈਟਸ ਇਟ। ਜੋ ਪਾਲਿਸੀ ਬਣੀ ਸਹੀ ਬਣੀ ਕਿ ਨਹੀਂ, ਹੁਣ ਇੱਥੇ ਫੈਸਲਾ ਆਣਾ। ਕੰਮ ਮੁਕੰਮਲ ਹੈ। ਹੁਣ ਜੋ ਨਾਰਮਲੀ ਪ੍ਰੈਕਟਿਸ ਹੁੰਦੀ ਕੋਰਟਾਂ ਦੀ, ਉਹਦੇ 'ਚ ਉਹਨਾਂ ਦੀ ਗਾਈਡਲਾਈਨ 'ਚ ਇਹ ਲਿਖਿਆ ਹੈ ਕਿ ਬਈ ਤੁਸੀਂ ਦੁਬਾਰਾ ਹੁਣ ਜਿਹੜਾ ਜਿਹਨੇ ਕੇਸ ਕੀਤਾ ਉਹ ਹੁਣ ਨਹੀਂ ਜਵਾਬ ਦੇਗਾ। ਉਹਨੇ ਵੀ ਜਵਾਬ ਦੇਤੇ, ਸਭ ਨੇ ਦੇਤੇ। ਹੁਣ ਜੱਜ ਸਾਹਿਬ ਇਸ ਹਫ਼ਤੇ ਫੈਸਲਾ ਕਰਨ, ਅਗਲੇ ਹਫ਼ਤੇ ਕਰਨ, ਇਹ ਹੁਣ ਕੁਝ ਪਤਾ ਨਹੀਂ, ਕੋਈ ਡੇਟ ਨਹੀਂ। ਅਸੀਂ ਇਹਨੂੰ ਮੋਨੀਟਰ ਕਰਾਂਗੇ। ਮੈਂ ਵੀ ਮੋਨੀਟਰ ਕਰ ਰਿਹਾ, ਤੁਸੀਂ ਵੀ ਦੇਖੋ, ਤੁਹਾਡੇ ਕੋਲ ਵੀ ਕੋਈ ਖਬਰ ਆਉਂਦੀ ਤੁਸੀਂ ਵੀ ਦੱਸੋ। ਅਸੀਂ ਇਹਨੂੰ ਮੋਨੀਟਰ ਕਰ ਰਹੇ ਹਾਂ। ਉਮੀਦ ਬੜੀ ਹੈ ਕਿ ਹੁਣ ਬੜੀ ਜਲਦੀ ਇਹਦੇ ਉੱਤੇ ਫੈਸਲਾ ਆ ਜਾਏਗਾ ਤੇ ਜਿਸ ਤਰ੍ਹਾਂ ਹੀ ਕੋਈ ਪਤਾ ਲੱਗੇਗਾ ਮੈਂ ਵੀ ਤੁਹਾਡੇ ਨਾਲ ਦੱਸਾਂਗਾ। ਹੁਣ ਆ ਗਈ ਦੂਜੀ ਅਪਡੇਟ। ਦੂਜੀ ਅਪਡੇਟ ਇਹ ਹੋਈ ਹੈ ਕਿ ਜੀ 22 ਅਪ੍ਰੈਲ ਨੂੰ ਕੁਝ ਸੈਨੇਟਰ ਨੇ ਇੱਕ ਲੈਟਰ ਲਿਖਿਆ ਅਕਾਊਂਟੇਬਿਲਿਟੀ ਕਮੇਟੀ ਨੂੰ, ਜਿਹੜੀ ਸੈਨੇਟ ਦੀ ਅਕਾਊਂਟੇਬਿਲਿਟੀ ਕਮੇਟੀ ਹੈ। ਉਹਦਾ ਮੈਂ ਆਸਾਨ ਲਫ਼ਜ਼ਾਂ 'ਚ ਦੱਸ ਦੇਣਾ, ਪਾਕਿਸਤਾਨੀ ਲੋਕਾਂ ਨੂੰ ਬੜੀ ਜਲਦੀ ਸਮਝ ਆ ਜਾਏਗੀ। ਇਹਤਸਾਬ ਦਾ ਅਦਾਰਾ,
एहतसाब का अदारा, क्योंकि असं लफज सुनने उन्होंने लैटर लिखा भी यह लोगों नाल ज्यादती हो रही, 75 मुल्क ने इन्होंने फीसा जमा कराइया ने, फैमिलियां तो दूर ने, इन्हों की मदद की जाए। याद है मैं भी तुहानूं महीना पहले कहा कि सेंटर में लैटर लिखो, बहुत सारे दोस्तों ने भैनों ने दसिया कि असं लिखे ने, तो हो सकता साढ़े भी किसी लैटर की वजह नाल गल अगे चली गई हो। मैं क्रेडिट नहीं लैंदा, लेकिन तरीकाकार एहो ही सी। और जिहड़े सेंटर ने लैटर लिखिया उन्होंने तक लोगों ने अप्रोच किया तो उन्होंने लिखा है, तो अगर साढ़े चों किसी ने लिखिया तो बड़ी गल है, असं उन्होंने अप्रीशिएट कर रहे हैं। तो वो लैटर हुण गया, ਇਹਦਾ मतलब की होया कि हाई लैवल के उत्ते भी यह गल हुण डिस्कस हो रही है, यह गल चल रही है। पहले तो कोई गल ही नहीं ना हो रही सी, हुण सैनेटर लैवल ते भी हो गई। यह सारी एक प्रैशर टैक्टिक्स होंदियां ने कि प्रैशर पै रहा, कोर्ट च भी केस चल रहा, इधरों भी गल हो रही है, मीडिया ते भी गल हो रही है, तो उसकी वजह नाल थोड़ा जिहा गौरमेंट अपना स्टांस देगी। हाँ, इहदे च याद रखना जो मैनूं गल समझ आई है अजे तक, यह ऐलान नहीं होना। अगर कोर्ट ने फैसला देता फिर ऐलान हो सकता है कि बई पॉज खत्म हो गया जी, वो जो फैसला आया सी, पॉलिसी बड़ी सी खत्म हो गई। अगर कोर्ट ने फैसला ना वाला देता तो याद रखो कि मैनू नजर नहीं आ रहा कि पॉज इस ना खत्म होना है। पॉज इस ना खत्म होएगा कि 1 बाय 1 पॉलिसी चलेगी, 1 बाय 1 केस आएगा। एबोबी का केस है, हाँ बई तू पब्लिक चार्ज नहीं लेगा, तेरा केड़ा कि तू नौकरी करनी, की तू करना। जो मैं तुहानूं सवाल रोजाना दसदा रहना कि सवाल पूछे जा रहे हैं, तुसीं लोग ही आके मैनूं दसदे हो ना कि यह सवाल पूछे ने, सवाल पूछे ने, तो वो उत्ते फिर फैसला बंदे नूं देख के, बंदे दे डॉक्यूमेंट्स देख के, बंदे दी सिचुएशन देख के होएगा। इज्तमाही शायद पॉज खुलन का कोई चांस ना हो, यह हुण अगे जाके वक्त दसेगा, मेरा ख्याल है। क्योंकि जो कोर्ट का फैसला अगर गौरमेंट के हक च आ गया तो फिर तो इंज ही सिस्टम चलना है। हुण अगली गल सुनो, आखिरी गल वो है वे कि मेरे को कोई मुस्तनद सबूत नहीं आ रहे। मेरे को जिन्ने दोस्त भैन भरा दस रहे ने, की दस रहे ने, साढ़े किस दोस्त ने दसिया, साढ़े के रिश्तेदार ने दसिया, डायरैक्ट बंदा मेरे को कोई नहीं आया जिहदा इंटरव्यू होया होवे ते उन्होंने वीज़ा मिलिया होवे या उहदा वीज़ा रिफ्यूज होया होवे पब्लिक चार्ज की वजह नाल। आए ने मेरे को चीज़ां पता लग रही ने, लेकिन डायरैक्ट नहीं। हाँ मैनू की है जी फलाने ने दसिया, कागज़ भी मेरे को ना होंदे बराबर आ रहे हैं। मैनू वो दसो जिहड़ा बंदा डायरैक्ट इंटरव्यू दे के आया या उन्होंने वीज़ा मिले या उन्होंने कोई पब्लिक चार्ज की वजह सवाल होए ने या पब्लिक चार्ज की वजह कोई लैटर मिले, वो मैनू प्लीज़ दसो, फिर मैं किसी की मदद कर सकांगा ना। क्योंकि इस तरह सुनी सुनाई गल तो नहीं ना मैं वीडियो दस सकता, तो फिर बदयांती हो जाएगी ना, तो फिर हराम है ना कि बई मैं जी चुका जो उन्हें कहा सी चलो जी अगे चला दो ना। मेरी उस बंदे नाल डायरैक्ट गल होए और मेरे को डॉक्यूमेंट आए तो फिर मैं वीडियो बनावांगा। थैंक यू सो मच।